सोढ़ी सुल्तान श्री गुरु रामदास जी। श्री गुरु रामदास जी महाराज श्री गुरु नानक देव जी ਦੀ ਸਥਾਪਿਤ ਕੀਤੀ ਹੋਈ ਗੁਰੂ ਗੱਦੀ ਉੱਤੇ ਵਿਰਾਜਮਾਨ ਹੋਣ ਵਾਲੇ ਚੌਥੇ ਗੁਰੂ ਸਨ। ਆਪ ਜੀ ਦਾ ਆਰੰਭਕ ਜੀਵਨ ਯਤੀਮ ਹੋਣ ਦੇ ਨਾਤੇ ਬਹੁਤ ਹੀ ਸੰਘਰਸ਼ ਭਰਿਆ ਸੀ, ਕਿਉਂਕਿ ਆਪ ਜੀ ਅਜੇ 7 ਕੁ ਸਾਲ ਦੇ ਸਨ ਜਦੋਂ ਇਹਨਾਂ ਦੇ ਮਾਤਾ ਪਿਤਾ ਦਾ ਸਾਇਆ ਇਹਨਾਂ ਦੇ ਸਿਰ ਉੱਤੋਂ ਉੱਠ ਗਿਆ। ਇੱਕ ਛੋਟੇ ਭਰਾ ਤੇ ਛੋਟੀ ਭੈਣ ਦੇ ਜੀਵਨ ਨਿਰਵਾਹ ਲਈ ਆਪ ਜੀ ਨੂੰ ਘੁੰਗਣੀਆਂ ਵੇਚਣੀਆਂ ਪਈਆਂ, ਛਾਬੜੀ ਲਗਾ ਕੇ ਰੋਜ਼ੀ ਕਮਾਣੀ ਪਈ। ਪਰ ਆਪ ਜੀ ਦੀ ਹਿੰਮਤ ਤੇ ਜ਼ਿੰਮੇਵਾਰੀ ਦੀ ਭਾਵਨਾ ਨੇ ਜੀਵਨ ਵਿੱਚ ਕਦੀ ਹਾਰ ਨਹੀਂ ਮੰਨੀ, ਬਲਕਿ ਆਪ ਜੀ ਦਾ ਵਿਸ਼ਵਾਸ ਸੀ ਕਿ ਮਿਹਨਤ ਸਫਲਤਾ ਦੇ ਖਜ਼ਾਨੇ ਦੀ ਕੁੰਜੀ ਹੈ। ਇਸ ਲਈ ਆਪ ਜੀ ਨੇ ਆਪਣੇ ਸਾਰੇ ਜੀਵਨ ਵਿੱਚ ਬਹੁਤ ਹੀ ਸਖਤ ਮਿਹਨਤ ਕੀਤੀ। ਆਪ ਜੀ ਦਾ ਜਨਮ ਪਿਤਾ ਹਰੀਦਾਸ ਜੀ ਦੇ ਘਰ ਮਾਤਾ ਅਨੂਪੀ ਜੀ ਦੀ ਪਾਵਨ ਕੁੱਖ ਤੋਂ 24 ਸਤੰਬਰ 1534 ਈਸਵੀ ਨੂੰ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਨਵਜਨਮੇ ਸਪੁੱਤਰ ਦਾ ਨਾਂ ਰਾਮਦਾਸ ਰੱਖਿਆ ਗਿਆ, ਪਰ ਬਚਪਨ ਦੇ ਲਾਡ ਪਿਆਰ ਸਦਕੇ ਆਪ ਜੀ ਨੂੰ ਜੇਠਾ ਕਹਿ ਕੇ ਪੁਕਾਰਨ ਲੱਗ ਪਏ, ਕਿਉਂਕਿ ਆਪ ਆਪਣੇ ਮਾਤਾ ਪਿਤਾ ਦੇ ਜੇਠੇ ਪੁੱਤਰ ਸਨ। ਆਪ ਜੀ ਦੇ ਜੀਵਨ ਉੱਤੇ ਮਾਤਾ ਪਿਤਾ ਦੇ ਧਾਰਮਿਕ ਜੀਵਨ ਦਾ ਪ੍ਰਭਾਵ ਪਿਆ, ਪਰ ਇਸ ਹੋਣਹਾਰ ਬਾਲਕ ਨੂੰ ਚੜ੍ਹਤਲ ਦਾ ਸਮਾਂ ਵੇਖਣਾ ਨਸੀਬ ਨਾ ਹੋਇਆ, ਕਿਉਂਕਿ ਮਾਤਾ ਅਨੂਪੀ ਜੀ, ਜਿਨ੍ਹਾਂ ਨੂੰ ਦਇਆ ਕੌਰ ਵੀ ਕਿਹਾ ਜਾਂਦਾ ਸੀ, ਰਾਮਦਾਸ ਜੀ ਦਾ ਕੁਝ ਸਾਲ ਪਾਲਣ ਪੋਸ਼ਣ ਕਰਕੇ ਪਰਲੋਕ ਸਿਧਾਰ ਗਏ। ਆਪ ਅਜੇ 7 ਕੁ ਸਾਲ ਦੇ ਹੀ ਸਨ ਕਿ ਪਿਤਾ ਹਰੀਦਾਸ ਵੀ ਪਰਲੋਕ ਗਮਨ ਕਰ ਗਏ। ਇਸ ਲਈ ਆਪ ਜੀ ਨੇ ਘੁੰਗੜੀਆਂ ਵੇਚ ਕੇ ਛਾਬੜੀ ਲਗਾ ਕੇ ਆਪਣੀ ਰੋਟੀ ਕਮਾਉਣ ਦਾ ਸਾਧਨ ਪੈਦਾ ਕੀਤਾ। ਆਪ ਜੀ ਦੀ ਨਾਨੀ ਜੀ ਇਸ ਛੋਟੇ ਬਾਲਕ ਦੇ ਸੰਘਰਸ਼ ਨੂੰ ਹਮਦਰਦੀ ਭਰੇ ਨਜ਼ਰੀਏ ਨਾਲ ਵੇਖਦੇ ਹੋਏ ਆਪ ਜੀ ਨੂੰ ਇਹਨਾਂ ਦੇ ਨਾਨਕੇ ਪਿੰਡ ਵਾਸਰ ਕੇ ਗਿਲਾ ਲੈ ਆਏ। ਬਰਾਦਰੀ ਦੇ ਲੋਕ ਨਾਨੀ ਤੇ ਦੋਤਰੇ ਨੂੰ ਦਿਲਾਸਾ ਦੇਣ ਆਉਂਦੇ ਜਾਂਦੇ ਵੇਖ ਕੇ ਸ਼੍ਰੀ ਗੁਰੂ ਅਮਰਦਾਸ ਜੀ, ਜਿਹੜੇ ਕਿ ਇਸੇ ਪਿੰਡ ਦੇ ਵਸਨੀਕ ਸਨ, ਦਿਲਾਸਾ ਦੇਣ ਲਈ ਪਧਾਰੇ। ਗੁਰੂ ਅਮਰਦਾਸ ਜੀ ਨੇ ਉਦੋਂ ਅਜੇ ਗੱਦੀ ਧਾਰਨ ਨਹੀਂ ਕੀਤੀ ਸੀ। ਭਾਈ ਜੇਠਾ ਜੀ 5 ਕੁ ਸਾਲ ਆਪਣੀ ਨਾਨੀ ਦੇ ਕੋਲ ਵਾਸਰ ਕੇ ਗਿਲਾਂ ਵਿੱਚ ਹੀ ਠਹਿਰੇ, ਪਰ ਜਦੋਂ ਸ਼੍ਰੀ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਨਜ਼ਰੇ ਪ੍ਰਵਾਨ ਚੜ੍ਹੇ ਤਾਂ ਉਹ ਖਡੂਰ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿੱਚ ਜੁਟ ਗਏ। ਇਸ ਸੇਵਾ ਦੇ ਫਲਸਰੂਪ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਗੁਰੂ ਨਾਨਕ ਦੇਵ ਜੀ ਦੀ ਤੀਜੀ ਗੱਦੀ ਪ੍ਰਾਪਤ ਹੋਈ। ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਆਦੇਸ਼ ਅਨੁਸਾਰ ਸ਼੍ਰੀ ਗੋਇੰਦਵਾਲ ਸਾਹਿਬ ਨਗਰ ਵਸਾ ਕੇ ਉੱਥੇ ਹੀ ਵਿਰਾਜਮਾਨ ਹੋ ਗਏ। ਧਰਮ ਸੰਬੰਧੀ ਸਾਰੇ ਕਾਰਜ, ਸੰਗਤ ਤੇ ਪੰਗਤ, ਗੁਰਬਾਣੀ ਤੇ ਕੀਰਤਨ, ਸਮਾਜਿਕ ਸੁਧਾਰ ਤੇ ਲੋਕ ਭਲਾਈ ਦੇ ਕਾਰਜ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਹੀ ਸੰਚਾਲਨ ਕੀਤੇ ਜਾਣ ਲੱਗੇ। ਸ਼੍ਰੀ ਗੋਇੰਦਵਾਲ ਸਾਹਿਬ ਵਿੱਚ ਸ਼੍ਰੀ ਬਾਉਲੀ ਸਾਹਿਬ ਦੀ ਖੁਦਵਾਈ ਸਮੇਂ ਬੇਗਿਣਤ ਸ਼ਰਧਾਲੂ ਗੋਇੰਦਵਾਲ ਸਾਹਿਬ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲੱਗੇ। ਸੰਗਤ ਤੇ ਪੰਗਤ ਦੇ ਅਸੂਲ ਨੂੰ ਪ੍ਰਵਾਨ ਕਰਦਿਆਂ ਅਜਿਹੇ ਸਮੇਂ ਵਿੱਚ ਹੀ ਰਾਮਦਾਸ ਜੀ ਘੁੰਗੜੀਆਂ ਦੀ ਛਾਬੜੀ ਲਾਉਣ ਲਈ ਤੇ ਗੁਰੂ ਅਮਰਦਾਸ ਜੀ ਦੀ ਸੰਗਤ ਕਰਨ ਲਈ ਵਾਸਰ ਕੇ ਪਿੰਡ ਤੋਂ ਸ਼੍ਰੀ ਗੋਇੰਦਵਾਲ ਸਾਹਿਬ ਆ ਗਏ। ਉਦੋਂ ਆਪ ਜੀ ਦੀ ਉਮਰ 12 ਸਾਲ ਦੀ ਸੀ। ਆਪਣੇ ਨਿਤਾ ਪ੍ਰਤੀ ਕੰਮ ਕਾਜ ਤੋਂ ਵਿਹਲੇ ਹੋ ਕੇ ਸ਼੍ਰੀ ਗੁਰੂ ਅਮਰਦਾਸ ਜੀ ਦੇ ਵਚਨ ਵਿਲਾਸ ਸੁਣਦੇ ਤੇ ਗੁਰੂ ਘਰ ਦੀ ਨਿਸ਼ਕਾਮ ਸੇਵਾ ਕਰਦੇ। ਲੰਗਰ ਵਿੱਚ ਹਰ ਪ੍ਰਕਾਰ ਦੀ ਸੇਵਾ ਨਿਭਾਉਂਦੇ। ਵੇਲੇ ਸਮੇਂ ਬਾਉਲੀ ਸਾਹਿਬ ਦੀ ਖੁਦਵਾਈ ਵਿੱਚ ਪੂਰਾ ਸਹਿਯੋਗ ਦਿੰਦੇ।
ਟੋਕਰੀ ਢੋਂਦੇ ਤੇ ਹਰ ਵੇਲੇ ਗੁਰੂ ਘਰ ਦੇ ਦਰਸ਼ਨਾਂ ਲਈ ਆਈ ਸੰਗਤ ਦੀ ਸੇਵਾ ਕਰਦੇ। ਬੜਾ ਕਠਿਨ ਸੰਘਰਸ਼ ਸੀ, ਪਰ ਜਿਸ ਤਰ੍ਹਾਂ ਸੋਨਾ ਕੋਠਾਲੀ ਵਿੱਚ ਪੈ ਕੇ ਜ਼ਿਆਦਾ ਚਮਕ ਦਿੰਦਾ ਹੈ, ਇਸੇ ਤਰ੍ਹਾਂ ਹੀ ਸਖਤ ਮਿਹਨਤ ਇਨਸਾਨੀ ਜੀਵਨ ਨੂੰ ਸਫਲਤਾ ਦੀ ਟੀਸੀ ਤੇ ਪਹੁੰਚਾਉਂਦੀ ਹੈ। सच कहा है किसी अंग्रेज विद्वान ने, हार्ड वर्क हैज सम इफेक्ट ऑन लाइफ एज द फायर ऑन गोल्ड। भाई जेठा जी टोकरी ढोंदियां थकदे नहीं सन। उन्हां दिनां विच ही श्री गुरु अमरदास जी दी दूजी सपुत्री बीबी भानी जी विआहण योग हो चुके सन। भाई जेठा जी दी उम्र भी 18 साल हो चुकी सी। इसलिए एक दिन गुरु अमरदास जी ते उन्हां दी धर्म पत्नी मनसा देवी जी बीबी भानी दे वर संबंधी तलाश की गलबात कर रहे सन कि उन्हां दी नज़र भाई जेठा जी उत्ते जा टिकी। भाई जेठा जी नूं बीबी भानी जी दा योग वर स्वीकार करदियां उन्हां दी शादी बीबी भानी जी नाल कर दित्ती गई। ये गल सन 1552 दी है। शादी होने तो उपरंत बीबी भानी जी ते भाई जेठा जी गुरु घर की निष्काम सेवा करते रहे। गुरु घर की शोभा सुन के अकबर बादशाह गुरु दरबार के दर्शन करने लई गोइंदवाल साहब पहुंचा। गुरु अमरदास जी के आदेश अनुसार मुगल बादशाह ने पहले लंगर विच पंगत विच बह के भोजन छकिया अते बाद विच उसने श्री गुरु अमरदास जी नूं बड़े सत्कार नाल झुक के नमस्कार कीती। गुरु घर दे लंगर दी सांझी वालता वेख के अकबर बादशाह बहुत ही प्रसन्न होया, क्योंकि लंगर विच कोई वितकरा नहीं सी कीता जा रहा। हर एक अमीर गरीब, बादशाह ते फकीर, बच्चा बुढ़ा, पुनी ते पापी एक पंगत विच बह के लंगर छक रहे सन। कहंदे हन कि गुरु अमरदास जी दे दरबार दा ते लंगर दा प्रबंध वेख के अकबर बादशाह बहुत ही खुश होया। उसने बीबी भानी जी गुरु पुत्री के नां उत्ते एक जगीर बख्शीश करनी चाहिए, जिस विच पिंड सुल्तानविंड, गुमटाला, चाटीविंड ते गिलवाली दे पिंड आबाद सन। पर अकबर बादशाह दी ये पेशकश गुरु अमरदास जी ने प्रवान कीती जा नहीं, इस गल दी ताईद लई इतिहास अजे धुंधला है। वर्तमान समय के इतिहासकार ये गल मानते हैं कि उपर दसे 4 पिंडां दी सरजमी उत्ते वर्तमान शहर अमृतसर साहिब दा नगर आबाद होया। पर इत्थों दी जमीन श्री गुरु रामदास जी ने 700 रुपए विच खरीदी सी। एक बारी श्री गुरु अमरदास जी अते रामदास जी विचरदे विचरदे गोइंदवाल साहिब तो 25 मील दूर एक बड़े सुंदर ते सुहावने स्थान उत्ते जा निकले। इस स्थान के शांत वातावरण ते हरे भरे चौगिरदे नूं वेख के श्री गुरु अमरदास जी ने गुरु रामदास जी नूं वचन कीते, पुरखा कोई तीरथ मंदिर देश विच करिए जो त्रिलोकी दे सबना तीर्थां दा फल होवेस, जिस ते इशनान करन ते फलते। सन 1571 विच श्री गुरु अमरदास जी ने गुरु रामदास जी नूं यह स्थान विखा के हुक्म कीता सी, ग्राम तुंग ते अहे उरेरे, गिलवाली ते लखो परेरे,
है सुल्तान विंड जिस नाम, तिसते पश्चिम दिस अभिराम। तहां जाए कर ग्राम बसावे, सुंदर अपने सदन बनावे। सन 1574 ਦੇ ਸਤੰਬਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਸ੍ਰੀ ਗੁਰੂ ਅਮਰਦਾਸ ਜੀ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ। ਉਹਨਾਂ ਦੇ ਆਦੇਸ਼ ਉੱਤੇ ਫੁੱਲ ਚੜਾਉਂਦਿਆਂ ਗੁਰੂ ਰਾਮਦਾਸ ਜੀ ਨੇ ਉਸੇ ਸਥਾਨ ਉੱਤੇ ਗੁਰੂ ਕਾ ਚੱਕ ਨਗਰ ਆਬਾਦ ਕਰਨ ਲਈ ਤਿਆਰੀ ਕਰ ਲਈ। ਪਹਿਲਾਂ ਪਹਿਲ ਗੁਰੂ ਰਾਮਦਾਸ ਜੀ ਨੇ ਸੰਤੋਖਸਰ ਵਾਲੇ ਸਥਾਨ ਉੱਤੇ ਆ ਕੇ ਆਪਣਾ ਰਿਹਾਇਸ਼ੀ ਪ੍ਰਬੰਧ ਕਰ ਲਿਆ, ਜਿਸ ਨੂੰ ਬਾਅਦ ਵਿੱਚ ਰਾਮਦਾਸਪੁਰ ਵੀ ਕਿਹਾ ਗਿਆ। ਬਾਅਦ ਵਿੱਚ 1584 ਤੋਂ 1588 ਤੱਕ ਸੰਤੋਖਸਰ ਬਣਾਇਆ ਗਿਆ। ਇਹ ਸੁੰਦਰ ਸਥਾਨ ਗੁਰੂ ਬਾਜ਼ਾਰ ਦੇ ਲਾਗੇ ਸਥਿਤ ਹੈ। ਪਰੰਪਰਾ ਅਨੁਸਾਰ ਸੰਤੋਖਸਰ ਵਿਖੇ ਲੰਗਰ ਵਰਤਾਏ ਜਾਣ ਲੱਗੇ ਤੇ ਗੁਰੂ ਸੰਗਤ ਦੇ ਜੋੜ ਮੇਲੇ ਆਰੰਭ ਹੋ ਗਏ। ਆਲੇ ਦੁਆਲੇ ਦੇ ਪਿੰਡਾਂ ਦੀਆਂ ਸੰਗਤਾਂ ਹੁਮ-ਹੁਮਾ ਕੇ ਆਉਣ ਲੱਗੀਆਂ। ਇੱਕ ਦਿਨ ਪੱਟੀ ਦੇ ਚੌਧਰੀ ਦੂਨੀ ਚੰਦ ਧਨਾੜ ਦੀ ਧੀ ਨੇ ਆਪਣੇ ਪਿਤਾ ਦੀ ਨਾਰਾਜ਼ਗੀ ਸਹੇੜ ਲਈ, ਜਦੋਂ ਕਿ ਬੀਬੀ ਰਜਨੀ ਨੇ ਪਿਤਾ ਜੀ ਨੂੰ ਕਿਹਾ ਕਿ ਉਹ ਤਾਂ ਰੱਬ ਦਾ ਦਿੱਤਾ ਖਾਂਦੀ ਏ, ਜਦੋਂ ਕਿ ਰਜਨੀ ਦੀਆਂ ਬਾਕੀ ਭੈਣਾਂ ਨੇ ਕਿਹਾ ਕਿ ਉਹ ਆਪਣੇ ਪਿਤਾ ਦੂਨੀ ਚੰਦ ਦਾ ਦਿੱਤਾ ਖਾਂਦੀਆਂ ਹਨ। ਬੀਬੀ ਰਜਨੀ ਦੇ ਨਾਰਾਜ਼ ਪਿਤਾ ਨੇ 1576 ਵਿੱਚ ਰਜਨੀ ਦੀ ਇੱਕ ਪਿੰਗਲੇ ਨਾਲ ਸ਼ਾਦੀ ਕਰ ਦਿੱਤੀ। ਇਸ ਅਨੋਖੇ ਰਿਸ਼ਤੇ ਨੂੰ ਰੱਬ ਦਾ ਭਾਣਾ ਸਮਝ ਕੇ ਬੀਬੀ ਰਜਨੀ ਆਪਣੇ ਪਿੰਗਲੇ ਪਤੀ ਨੂੰ ਖਾਰੀ ਵਿੱਚ ਪਾ ਕੇ ਆਪਣੀ ਰੋਟੀ ਪਾਣੀ ਦਾ ਆਹਾਰ ਕਰਦੀ ਰਹੀ। ਕਰਦਿਆਂ ਕਰਦਿਆਂ ਇੱਕ ਦਿਨ ਉਹ ਇੱਕ ਸਵੱਛ ਜਲ ਦੇ ਛੰਭ ਦੇ ਕੋਲ ਆ ਨਿਕਲੀ। ਉਸਨੇ ਸਿਰ ਉੱਤੇ ਚੁੱਕੀ ਹੋਈ ਖਾਰੀ ਛੰਭ ਦੇ ਕਿਨਾਰੇ ਬੇਰੀਆਂ ਦੀ ਛਾਂ ਥੱਲੇ ਰੱਖ ਦਿੱਤੀ ਤੇ ਆਪ ਗੁਰੂ ਰਾਮਦਾਸ ਜੀ ਦੇ ਲੰਗਰ ਵਿੱਚੋਂ ਭੋਜਨ ਪ੍ਰਾਪਤ ਕਰਨ ਲਈ ਚਲੀ ਗਈ। ਇਸ ਦੌਰਾਨ ਉਸ ਦੇ ਪਿੰਗਲੇ ਪਤੀ ਨੇ ਇੱਕ ਅਜੀਬ ਕੌਤਕ ਵੇਖਿਆ ਕਿ ਛੰਭ ਦੇ ਜਲ ਵਿੱਚ ਟੁੱਬੀ ਲਾ ਕੇ ਕਾਲੇ ਕਾਂ ਬੱਗੇ ਹੋ ਰਹੇ ਹਨ। ਇਹ ਤੱਕ ਕਿ ਪਿੰਗਲਾ ਪਤੀ ਵੀ ਛੰਭ ਦੇ ਜਲ ਵਿੱਚ ਇਸ਼ਨਾਨ ਕਰਨ ਲਈ ਟੁੱਬੀ ਲਾਉਣ ਲੱਗਾ। ਯਕਾ-ਯਕ ਪਿੰਗਲੇ ਪਤੀ ਦਾ ਪਿੰਗਲਾਪਨ ਇਸ਼ਨਾਨ ਕਰਨ ਉਪਰੰਤ ਦੂਰ ਹੋ ਗਿਆ। ਜਦੋਂ ਬੀਬੀ ਰਜਨੀ ਜੀ ਗੁਰੂ ਘਰ ਦੇ ਲੰਗਰ ਵਿੱਚੋਂ ਪ੍ਰਸ਼ਾਦ ਲੈ ਕੇ ਵਾਪਸ ਪਰਤੀ ਤਾਂ ਉਸਨੇ ਆਪਣੇ ਪਤੀ ਨੂੰ ਰਿਸ਼ਟ-ਪੁਸ਼ਟ ਤੰਦਰੁਸਤ ਪਾਇਆ। ਉਹ ਬੜੀ ਹੈਰਾਨ ਹੋਈ। ਉਸ ਦੇ ਪਤੀ ਨੇ ਆਪਣੀ ਪਤਨੀ ਬੀਬੀ ਰਜਨੀ ਨੂੰ ਛੰਭ ਦੇ ਜਲ ਦੀ ਕਰਾਮਾਤੀ ਵਾਰਤਾ ਕਹਿ ਸੁਣਾਈ। ਅੰਮ੍ਰਿਤਸਰ ਸਤਗੁਰ ਸਤਵਾਦੀ, ਜਿਤ ਨਾਤੇ ਕਊਆ ਹੰਸ ਹੋਏ। ਅੰਮ੍ਰਿਤਸਰ ਸਤਗੁਰ ਸਤਵਾਦੀ, ਜਿਤ ਨਾਤੇ ਕਊਆ ਹੰਸ ਹੋਏ। ਅੰਮ੍ਰਿਤਸਰ ਸਤਗੁਰ ਸਤਵਾਦੀ, ਜਿਤ ਨਾਤੇ ਕਊਆ ਹੰਸ ਹੋਏ। ਨਾਨਕ ਤਨ ਤਨ ਵੱਡੇ ਵੱਡ ਭਾਗੀ, ਨਾਨਕ ਤਨ ਤਨ ਵੱਡੇ ਵੱਡ ਭਾਗੀ। ਜਿਨ ਗੁਰਮਤਿ ਨਾਮ ਹਿਰਦੈ ਮਲ ਧੋਵੈ। ਅੰਮ੍ਰਿਤਸਰ ਸਤਗੁਰ ਸਤਵਾਦੀ, ਜਿਤ ਨਾਤੇ ਕਊਆ ਹੰਸ ਹੋਵੈ। ਅੰਮ੍ਰਿਤਸਰ ਸਤਗੁਰ ਸਤਵਾਦੀ, ਜਿਤ ਨਾਤੇ ਕਊਆ ਹੰਸ ਹੋਵੈ। ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ, ਮਿਲ ਸਤ ਸੰਗਤ ਸ਼ਬਦ ਮਨ ਮੋਹੈ। ਗੋਵਿੰਦ ਗੋਵਿੰਦ ਪ੍ਰੀਤਮ ਮਨ ਪ੍ਰੀਤਮ,
ਮਿਲ ਸਤ ਸੰਗਤ ਸ਼ਬਦ ਮਨ ਮੋਹੈ। ਜਪ ਗੋਵਿੰਦ ਗੋਵਿੰਦ ਧਿਆਈਐ, ਸਭ ਕੋ ਦਾਨ ਦੇ ਪ੍ਰਭੂ ਹੈ। ਜਪ ਗੋਵਿੰਦ ਗੋਵਿੰਦ ਧਿਆਈਐ, ਸਭ ਕੋ ਦਾਨ ਦੇ ਪ੍ਰਭੂ ਹੈ। ਸਭ ਕੋ ਦਾਨ ਦੇ ਪ੍ਰਭੂ ਹੈ। ਸਭ ਕੋ ਦਾਨ ਦੇ ਪ੍ਰਭੂ ਹੈ। ਅੰਮ੍ਰਿਤ ਸਰ ਸਤਿਗੁਰ ਸਤਿਵਾਦੀ, ਜਿਤਨਾ ਤੈ ਕਉਆ ਹੰਸ ਹੋਇ। ਅੰਮ੍ਰਿਤ ਸਰ ਸਤਿਗੁਰ ਸਤਿਵਾਦੀ, ਜਿਤਨਾ ਤੈ ਕਉਆ ਹੰਸ ਹੋਇ। ਨਾਨਕ ਤਨ ਤਨ ਵੱਡੇ ਵੱਡ ਭਾਗੀ, ਨਾਨਕ ਤਨ ਤਨ ਵੱਡੇ ਵੱਡ ਭਾਗੀ। ਜਿਨ ਗੁਰਮਤਿ ਨਾਮ ਹਿਰਦੈ ਮਲ ਹੋਇ। ਅੰਮ੍ਰਿਤ ਸਰ ਸਤਿਗੁਰ ਸਤਿਵਾਦੀ, ਜਿਤਨਾ ਤੈ ਕਉਆ ਹੰਸ ਹੋਇ। ਅੰਮ੍ਰਿਤ ਸਰ ਸਤਿਗੁਰ ਸਤਿਵਾਦੀ, ਜਿਤਨਾ ਤੈ ਕਉਆ ਹੰਸ ਹੋਇ। ਇਸ ਕਰਿਸ਼ਮੇ ਦੀ ਸਿਫਤ ਸਲਾਹ ਸ਼੍ਰੀ ਗੁਰੂ ਰਾਮਦਾਸ ਜੀ ਤੱਕ ਜਾ ਪਹੁੰਚੀ। ਉਹਨਾਂ ਨੇ ਆ ਕੇ ਇਸ ਛੰਭ ਦੇ ਅਸਥਾਨ ਉੱਤੇ ਇੱਕ ਮਹਾਨ ਸਰੋਵਰ ਕਾਇਮ ਕਰਨ ਦਾ ਨਿਸ਼ਚੈ ਕਰ ਲਿਆ। 68 ਤੀਰਥ ਵਾਲੇ ਅਸਥਾਨ ਉੱਤੇ ਬਹਿ ਕੇ ਗੁਰੂ ਜੀ ਨੇ ਸਰੋਵਰ ਦੀ ਖੁਦਵਾਈ ਦਾ ਕੰਮ ਬਾਬਾ ਬੁੱਢਾ ਜੀ ਤੋਂ ਪਹਿਲਾ ਟੱਕ ਲਗਾ ਕੇ ਸ਼ੁਰੂ ਕਰ ਦਿੱਤਾ। ਇਹ ਗੱਲ ਸਨ 1578 ਦੇ 13 ਜੂਨ ਦੀ ਹੈ। ਪਹਿਲਾ ਟੱਕ ਹਰ ਕੀ ਪੌੜੀ ਦੇ ਨੇੜੇ ਲਗਾਇਆ ਗਿਆ। ਹਰ ਕੀ ਪੌੜੀ ਹਰ ਜੀ ਵਸੇ। ਸਨ 1581 ਵਿੱਚ ਸਰੋਵਰ ਬਣ ਕੇ ਤਿਆਰ ਹੋ ਗਿਆ ਤੇ ਦਰਸ਼ਨ ਵੀ ਤਿਆਰ ਕਰ ਲਈ ਗਈ। ਸ਼੍ਰੀ ਗੁਰੂ ਰਾਮਦਾਸ ਜੀ ਦੇ ਸੱਚਖੰਡ ਸਿਧਾਰਨ ਉਪਰੰਤ ਗੁਰੂ ਗੱਦੀ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪ੍ਰਾਪਤ ਹੋਈ। ਗੁਰੂ ਅਰਜਨ ਦੇਵ ਜੀ ਨੇ ਸਰੋਵਰ ਸਾਹਿਬ ਨੂੰ ਪੱਕਾ ਕਰਨ ਦਾ ਕੰਮ ਕਰਾਇਆ। ਜਨਵਰੀ 1588 ਵਿੱਚ ਇਸ ਸਰੋਵਰ ਦੇ ਵਿਚਕਾਰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁੰਦਰ ਹਰਮੰਦਰ ਸਾਹਿਬ ਦੀ ਉਸਾਰੀ ਦਾ ਕੰਮ ਸ਼ੁਰੂ ਕਰਦਿਆਂ ਇਸ ਦਾ ਨੀਂਹ ਪੱਥਰ ਲਾਹੌਰ ਦੇ ਮੁਸਲਮਾਨ ਸੂਫੀ ਸੰਤ ਸਾਈਂ ਮੀਆਂ ਮੀਰ ਜੀ ਤੋਂ ਰਖਵਾਇਆ। ਸਨ 1601 ਵਿੱਚ ਇਹ ਕੰਮ ਸੰਪੂਰਨ ਹੋ ਗਿਆ ਤੇ ਕਥਾ ਕੀਰਤਨ ਦਾ ਪ੍ਰਵਾਹ ਚੱਲ ਪਿਆ। ਅੰਦਰੋਂ ਤ੍ਰਿਸ਼ਨਾ ਅਗਨ 부ਜੀ, ਅੰਦਰੋਂ ਤ੍ਰਿਸ਼ਨਾ ਅਗਨ 부ਜੀ, ਹਰ ਅੰਮ੍ਰਿਤ ਸਰ ਨਾਤਾ, ਹਰ ਅੰਮ੍ਰਿਤ ਸਰ ਨਾਤਾ। ਅੰਦਰੋਂ ਤ੍ਰਿਸ਼ਨਾ ਅਗਨ 부ਜੀ, ਅੰਦਰੋਂ ਤ੍ਰਿਸ਼ਨਾ ਅਗਨ 부ਜੀ, ਹਰ ਅੰਮ੍ਰਿਤ ਸਰ ਨਾਤਾ, ਹਰ ਅੰਮ੍ਰਿਤ ਸਰ ਨਾਤਾ। ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ। ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ।
पाए कितै ना पाइए हर कर्म विधाता हर कर्म विधाता हर कर्म विधाता अंदरों तृष्णा अगन बुझी अंदरों तृष्णा अगन बुझी हर अमृत सर नाता हर अमृत सर नाता अंदरों तृष्णा अगन बुझी अंदरों तृष्णा अगन बुझी हर अमृत सर नाता हर अमृत सर नाता हर अमृत सर नाता हर अमृत सर नाता। ਸਨ 1604 ਨੂੰ ਸ਼ਬਦ ਗੁਰੂ ਪੋਥੀ ਪਰਮੇਸ਼ਵਰ ਜੀ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਵਿਖੇ ਕੀਤਾ ਗਿਆ। बाबा बुड्ढा जी ने पहला वाक लिया, संता के कारज आप खलोया।
ਇਸ ਤਰ੍ਹਾਂ ਸਨ 1606 ਤੋਂ 1609 ਤੱਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਕਰਵਾਈ। ਇਸ ਤਰ੍ਹਾਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਆਰੰਭ ਕੀਤੇ ਹੋਏ ਕਾਰਜ ਦੀ ਸਫਲਤਾ ਨੂੰ ਮੁੱਖ ਰੱਖਦਿਆਂ ਫਰਮਾਇਆ ਗਿਆ, ਡਿੱਠੇ ਸਭੇ ਥਾਉ ਨਹੀਂ ਤੁਧ ਜਿਹਾ। नहीं तुद जेया, नहीं तुद जेया, नहीं तुद जेया, नहीं तुद जेया। नहीं तुद जेया, नहीं तुद जेया, नहीं तुद जेया, नहीं तुद जेया। डिठे सबे थाव, डिठे सबे थाव, नहीं तुद जेया, 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 नहीं तुद जेया। बदो पुरख विधाता, बदो पुरख विधाता, तां तू सोहिया, तां तू सोहिया, नहीं तुद जेया, नहीं तुद जेया, नहीं तुद जेया, नहीं तुद जेया। डिठे सबे थाव, डिठे सबे थाव, नहीं तुद जेया, 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 नहीं तुद जेया। वसदी सगन अपार, वसदी सगन अपार, अनूप रामदासपुर, अनूप रामदासपुर, नहीं तुद जेया, नहीं तुद जेया, नहीं तुद जेया, नहीं तुद जेया। डिठे सबे
ਸ਼੍ਰੀ ਅੰਮ੍ਰਿਤਸਰ ਸ਼ਹਿਰ ਦੀ ਰੌਣਕ ਤੇ ਰਾਮਦਾਸ ਸਰੋਵਰ ਦੀ ਪ੍ਰਸਿੱਧਤਾ ਨੇ ਪੰਜਾਬ ਕੀ ਸਾਰੇ ਭਾਰਤ ਵਿੱਚੋਂ ਹੀ ਲੋਕਾਂ ਨੂੰ ਬੜਾ ਆਕਰਸ਼ਿਤ ਕੀਤਾ। ਸ਼੍ਰੀ ਗੁਰੂ ਰਾਮਦਾਸ ਜੀ ਦੀ ਸ਼ਖਸੀਅਤ ਮਿਗਨਾਤੀਸੀ ਅਸਰ ਰੱਖਦੀ ਸੀ। ਜਿਸ ਕਿਸੇ ਵੀ ਗੁਰੂ ਰਾਮਦਾਸ ਜੀ ਦੇ ਦਰਸ਼ਨ ਕੀਤੇ ਉਹ ਅੰਮ੍ਰਿਤਸਰ ਸਾਹਿਬ ਦਾ ਹੀ ਹੋ ਕੇ ਰਹਿ ਗਿਆ। ਇੱਕ ਵਾਰੀ ਮੁਲਤਾਨ ਦਾ ਰੋਗਗ੍ਰਸਤ ਰਾਜਾ ਆਪਣੇ ਪਰਿਵਾਰ ਸਮੇਤ ਗੁਰੂ ਜੀ ਦੇ ਦਰਸ਼ਨਾਂ ਨੂੰ ਚੱਲ ਆਇਆ। ਸਰੋਵਰ ਸਾਹਿਬ ਦੇ ਵਿੱਚ ਇਸ਼ਨਾਨ ਕਰਦਿਆਂ ਹੀ ਦੇ ਅਰੋਗ ਰਿਸ਼ਟ-ਪੁਸ਼ਟ ਹੋ ਗਈ। ਉਸਨੇ ਮੁਲਤਾਨ ਜਾ ਕੇ ਸਿੱਖ ਧਰਮ ਦਾ ਬੜਾ ਪ੍ਰਚਾਰ ਕੀਤਾ। ਇੱਕ ਵਾਰੀ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਦਿਆਂ ਗੁਰੂ ਰਾਮਦਾਸ ਜੀ ਨੇ ਲਾਹੌਰ ਸ਼ਹਿਰ ਦਾ ਰੁਖ ਕੀਤਾ। ਆਪਣੇ ਜਨਮ ਸਥਾਨ ਚੂਨਾ ਮੰਡੀ ਨੂੰ ਜਾ ਕੇ ਭਾਗ ਲਾਏ ਤੇ ਉਸ ਸਥਾਨ ਨੂੰ ਪੂਜਣ ਯੋਗ ਬਣਾ ਦਿੱਤਾ। ਸੰਗਤਾਂ ਗੁਰੂ ਜੀ ਦੇ ਦਰਸ਼ਨ ਲਈ ਹੁਮ-ਹੁਮਾ ਕੇ ਆਉਂਦੀਆਂ ਤੇ ਦਰਸ਼ਨ ਕਰਕੇ ਨਿਹਾਲ ਹੁੰਦੀਆਂ। ਇਸ ਲਈ ਗੁਰੂ ਜੀ ਨੇ ਆਪਣਾ ਠਹਿਰਾਵ ਆਪਣੇ ਰਿਸ਼ਤੇਦਾਰ ਸਿਹਾਰੀ ਮਲ ਜੀ ਦੀ ਖੁੱਲੀ ਹਵੇਲੀ ਵਿੱਚ ਕਰ ਲਿਆ ਤਾਂ ਕਿ ਆਉਣ ਜਾਣ ਵਾਲੀ ਸੰਗਤ ਨੂੰ ਕੋਈ ਦਿੱਕਤ ਨਾ ਹੋਵੇ। ਸ਼੍ਰੀ ਗੁਰੂ ਰਾਮਦਾਸ ਦੇ ਲੰਗਰ ਹਾਲ ਦੇ ਪਿਛਲੇ ਪਾਸੇ ਬ੍ਰਹਮ ਬੂਟਾ ਦਾ ਸਥਾਨ ਹੈ, ਜਿੱਥੇ ਗੁਰੂ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਦੀ ਮੁਲਾਕਾਤ ਲਈ ਗਏ ਤਾਂ ਬਾਬਾ ਸ਼੍ਰੀ ਚੰਦ ਜੀ ਨੇ ਵਚਨ ਕੀਤੇ, ਪੁਰਖਾ ਦਾੜੀ ਬੜੀ ਵਧਾਈ ਹੈ। ਤਾਂ ਗੁਰੂ ਜੀ ਨੇ ਬੜੀ ਨਿਮਰਤਾ ਨਾਲ ਉੱਤਰ ਦਿੰਦਿਆਂ ਫਰਮਾਇਆ ਕਿ ਆਪ ਜੀ ਵਰਗੇ ਮਹਾਪੁਰਖਾਂ ਦੇ ਚਰਨ ਸਾਫ਼ ਕਰਨ ਲਈ ਇਹ ਦਾੜੀ ਵਧਾਈ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸ਼ੋਭਾ ਸੁਣ ਕੇ ਜੇਹਲਮ ਸ਼ਹਿਰ ਦਾ ਇੱਕ ਵਪਾਰੀ ਭਾਈ ਸੋਮੇ ਸ਼ਾਹ ਸ਼੍ਰੀ ਅੰਮ੍ਰਿਤਸਰ ਆਇਆ। ਉਸਨੇ ਆਪਣੀ ਦੁਕਾਨ ਉੱਥੇ ਬਣਾ ਲਈ। ਉਹ ਗੁਰੂ ਰਾਮਦਾਸ ਜੀ ਨੂੰ ਮਾਇਆ ਭੇਂਟ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਰਿਹਾ। ਉਹ ਗੁਰੂ ਜੀ ਦੀ ਸ਼ਖਸੀਅਤ ਤੋਂ ਬਹੁਤ ਹੀ ਪ੍ਰਭਾਵਿਤ ਹੋਇਆ। ਗੁਰੂ ਰਾਮਦਾਸ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਪ੍ਰਿਥੀ ਚੰਦ ਨੂੰ ਲੋਭੀ ਤੇ ਹੰਕਾਰੀ ਹੋਣ ਕਾਰਨ ਗੁਰਗੱਦੀ ਤੋਂ ਵਾਂਝਾ ਰੱਖਿਆ। ਸਾਹਿਬਜ਼ਾਦਾ ਮਹਾਦੇਵ ਸਾਧੂ ਸੁਭਾਅ ਹੋਣ ਕਰਕੇ ਕਿਸੇ ਕੰਮ ਵਿੱਚ ਦਿਲਚਸਪੀ ਨਹੀਂ ਸੀ ਲੈਂਦਾ। ਇਸ ਲਈ ਗੁਰੂ ਜੀ ਨੇ ਆਪਣੇ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਸਪੁਰਦ ਕੀਤੀ। ਗੁਰੂ ਰਾਮਦਾਸ ਜੀ ਨੇ ਜਾਤ-ਪਾਤ ਦਾ ਵਿਤਕਰਾ ਖਤਮ ਕਰਕੇ ਸਰਬ ਸਾਂਝੇ ਲੰਗਰ ਦੀ ਪ੍ਰਥਾ ਨੂੰ ਹੋਰ ਮਜ਼ਬੂਤ ਕੀਤਾ। ਅੱਜ ਵੀ ਗੁਰੂ ਰਾਮਦਾਸ ਜੀ ਦੇ ਲੰਗਰ ਹਾਲ ਵਿੱਚ ਇੱਕ ਦਿਨ ਵਿੱਚ 10,000 ਤੋਂ ਵੀ ਵੱਧ ਲੋਕ ਲੰਗਰ ਛਕਦੇ ਹਨ। ਸ਼੍ਰੀ ਗੁਰੂ ਰਾਮਦਾਸ ਜੀ ਦੀ ਗੁਰਬਾਣੀ ਵਿੱਚ ਬੜਾ ਸੋਝ, ਸਵਾਦ, ਨਿਮਰਤਾ ਤੇ ਨਿਸ਼ਕਾਮ ਸੇਵਾ ਭਰਪੂਰ ਹੈ। ਸ਼੍ਰੀ ਗੁਰੂ ਰਾਮਦਾਸ ਜੀ ਦੀ ਗੁਰਬਾਣੀ ਰਚਨਾ ਨੂੰ ਵਿਚਾਰਿਆ ਜਾਵੇ ਤਾਂ ਸਪਸ਼ਟ ਹੁੰਦਾ ਹੈ ਕਿ ਆਪ ਦੀਆਂ ਰਚਨਾਵਾਂ ਵਿੱਚ ਪ੍ਰੀਤਮ ਲਈ ਤੜਪ ਅਤੇ ਸੰਜੋਗ ਦੀ ਭਾਵਨਾ ਦੇ ਤੱਤ ਮਿਲਦੇ ਹਨ। ਛੰਦਾਂ ਵਿੱਚ ਮਿਲਾਪ ਲਈ ਉਤਸ਼ਾਹ ਦੀ ਭਾਵਨਾ ਪ੍ਰਗਟ ਹੁੰਦੀ ਹੈ। ਵਾਰਾਂ ਵਿੱਚ ਪ੍ਰਭੂ ਅਤੇ ਗੁਰੂ ਦੀ ਉਸਤਤ ਸ਼ਾਮਿਲ ਹੈ। ਗੁਰੂ ਜੀ ਦੀ ਬਾਣੀ ਦਾ ਮੁੱਖ ਉਦੇਸ਼ ਪ੍ਰੇਮ ਸੀ, ਜਿਸ ਵਿੱਚ ਇਹਨਾਂ ਨੇ ਮੇਲ ਵਿਛੋੜੇ ਦੀ ਭਾਵਨਾ ਪ੍ਰਗਟ ਕੀਤੀ ਹੋਈ ਹੈ। ਆਪ ਜੀ ਨੇ ਸਦਾਚਾਰਕ ਕੰਮਾਂ ਤੇ ਬਲ ਦਿੱਤਾ ਹੈ। ਪੰਜ ਵਿਕਾਰਾਂ ਤੇ ਮਾਇਆ ਦੇ ਪ੍ਰਭਾਵਾਂ ਤੋਂ ਪਰੇ ਰਹਿਣ ਲਈ ਜਿਗਿਆਸੂ ਨੂੰ ਉਪਦੇਸ਼ ਦਿੱਤਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 30 ਰਾਗਾਂ ਵਿੱਚ ਆਪ ਜੀ ਦੀ ਬਾਣੀ ਰਚੀ ਮਿਲਦੀ ਹੈ। ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰ ਰਹੇ ਸਨ ਤਾਂ ਉਸ ਵੇਲੇ ਦੇ ਭੱਟਾਂ ਨੇ ਆਪਣੀਆਂ ਰਚਨਾਵਾਂ ਆਪੇਸ਼ ਕੀਤੀਆਂ। ਭੱਟਾਂ ਨੇ ਆਪਣੀ ਰਚਨਾ ਵਿੱਚ ਗੁਰੂ ਰਾਮਦਾਸ ਜੀ ਦੀ ਵਡਿਆਈ ਕਰਦੇ ਲਿਖਿਆ ਹੈ, ਹਮ ਅਵਗੁਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਵਿਖੇ ਵਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਓ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਨਿਓ, ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। गुरु राम
रामदास को मिली बड़ाई, मिली बड़ाई। अब गुरु रामदास को मिली बड़ाई, मिली बड़ाई। अब गुरु रामदास को छोड़ी श्रेष्ठ सकल तारण को, छोड़ी श्रेष्ठ सकल तारण को। अब गुरु रामदास को, अब गुरु रामदास को मिली बड़ाई, मिली बड़ाई। अब गुरु रामदास को नानक नाम निरंजन जानियो, नानक नाम निरंजन जानियो। किनी भगत प्रेम लिवलाई, भगत प्रेम लिवलाई, प्रेम लिवलाई। अब गुरु रामदास को, अब गुरु रामदास को मिली बड़ाई, मिली बड़ाई। अब गुरु रामदास को, अब गुरु रामदास को मिली बड़ाई, मिली बड़ाई। अब गुरु रामदास को ताते अंगद अंग संग पयो सायर, ताते अंगद अंग संग पयो सायर। इन शब्द सूरत की नींव रखाई, इन शब्द सूरत की नींव रखाई, नींव रखाई। अब गुरु रामदास को, अब गुरु रामदास को मिली बड़ाई, मिली बड़ाई। अब गुरु रामदास को
ਕਵੀ ਬਲ ਗੁਰੂ ਜੀ ਦੀ ਉਸਤਤ ਉਚਾਰਦਾ ਹੈ। ਸ਼੍ਰੀ ਗੁਰੂ ਰਾਮਦਾਸ, ਤੇਰੀ ਸਾਰੇ ਜਗਤ ਵਿੱਚ ਜੈ ਹੋ ਰਹੀ ਹੈ। ਤੂੰ ਹਰੀ ਵਾਲੀ ਉੱਚੀ ਤੋਂ ਉੱਚੀ ਪਦਵੀ ਪ੍ਰਾਪਤ ਕੀਤੀ ਹੈ। ਬਲਵੰਡਾ ਤੇ ਸੱਤਾਵਾਰ ਰਾਮਕਲੀ ਵਿੱਚ ਗੁਰੂ ਰਾਮਦਾਸ ਜੀ ਦੀ ਵਡਿਆਈ ਕਰਦੇ ਹੋਏ ਕਹਿੰਦੇ ਹਨ, ਏ ਗੁਰੂ ਰਾਮਦਾਸ, ਤੂੰ ਧਨ ਹੈ। ਜਿਸ ਹਰੀ ਨੇ ਤੈਨੂੰ ਸਿਰਜਿਆ, ਉਸਨੇ ਹੀ ਤੈਨੂੰ ਵਡਿਆਇਆ। ਇਹ ਵੀ ਪੂਰੀ ਕਰਾਮਾਤ ਹੋਈ ਸਿਰਜਣਹਾਰ ਨੇ ਆਪਣਾ ਆਪ ਤੇਰੇ ਵਿੱਚ ਰੱਖਿਆ ਹੈ। ਸਿੱਖਾਂ ਤੇ ਸੰਗਤਾਂ ਨੇ ਤੈਨੂੰ ਉਸੇ ਦਾ ਰੂਪ ਸਮਝ ਕੇ ਨਮਸਕਾਰ ਕੀਤੀ ਹੈ। ਤੂੰ ਅਹਿਲ ਹੈ, ਤੇਰੀ ਥਾਂ ਨਹੀਂ ਪਾਈ ਜਾ ਸਕਦੀ। ਤੂੰ ਅਡੋਲ ਹੈ ਤੇ ਤੇਰੇ ਗੁਣਾਂ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ। ਜਿਨ੍ਹਾਂ ਨੇ ਪ੍ਰੇਮ ਨਾਲ ਤੇਰੀ ਸੇਵਾ ਕੀਤੀ, ਉਹਨਾਂ ਨੂੰ ਤੂੰ ਸੰਸਾਰ ਸਾਗਰ ਤੋਂ ਪਾਰ ਉਤਾਰ ਦਿੱਤਾ ਹੈ। ਤੂੰ ਲੋਭ, ਕਾਮ, ਕ੍ਰੋਧ, ਮੋਹ ਨੂੰ, ਤ੍ਰਿਸ਼ਨਾ, ਕੀਨਾ, ਈਰਖਾ ਮਾਰ ਕੇ ਬਾਹਰ ਕੱਢ ਦਿੱਤਾ ਹੈ। ਤੇਰੇ ਰਹਿਣ ਵਾਲੀ ਥਾਂ ਧਨ ਹੈ ਤੇ ਤੈਨੂੰ ਮਿਲਿਆ ਹੋਇਆ ਸਤਕਾਰ ਵੀ ਧਨ ਹੈ। ਤਨ ਤਨ ਰਾਮਦਾਸ ਗੁਰੂ, ਤਨ ਤਨ ਰਾਮਦਾਸ ਗੁਰੂ। ਜਿਨ ਸਿਰਿਆ ਤਿਨ ਸਵਾਰਿਆ, ਜਿਨ ਸਿਰਿਆ ਤਿਨ ਸਵਾਰਿਆ। ਤਨ ਤਨ ਰਾਮਦਾਸ ਗੁਰੂ, ਤਨ ਤਨ ਰਾਮਦਾਸ ਗੁਰੂ। ਜਿਨ ਸਿਰਿਆ ਤਿਨ ਸਵਾਰਿਆ, ਜਿਨ ਸਿਰਿਆ ਤਿਨ ਸਵਾਰਿਆ। ਤਨ ਤਨ ਰਾਮਦਾਸ ਗੁਰੂ, ਤਨ ਤਨ ਰਾਮਦਾਸ ਗੁਰੂ। ਪੂਰੀ ਹੋਈ ਕਰਾਮਾਤ, ਪੂਰੀ ਹੋਈ ਕਰਾਮਾਤ। ਆਪ ਸਿਰਜਣਹਾਰ ਹੈ ਤਾਰਿਆ, ਆਪ ਸਿਰਜਣਹਾਰ ਹੈ ਤਾਰਿਆ। ਸਿੱਖੀਅਤ ਸੰਗਤੀ, ਸਿੱਖੀਅਤ ਸੰਗਤੀ। ਪਾਰ ਬ੍ਰਹਮ ਕਰ ਨਮਸਕਾਰਿਆ, ਪਾਰ ਬ੍ਰਹਮ ਕਰ ਨਮਸਕਾਰਿਆ। ਧੰਨ ਧੰਨ ਰਾਮਦਾਸ ਗੁਰੂ, ਧੰਨ ਧੰਨ ਰਾਮਦਾਸ ਗੁਰੂ। ਜਿਨ ਸਿਰਿਆ ਤਿਨ ਸਵਾਰਿਆ, ਜਿਨ ਸਿਰਿਆ ਤਿਨ ਸਵਾਰਿਆ। ਧੰਨ ਧੰਨ ਰਾਮਦਾਸ ਗੁਰੂ, ਧੰਨ ਧੰਨ ਰਾਮਦਾਸ ਗੁਰੂ। ਜਿਨ ਸਿਰਿਆ ਤਿਨ ਸਵਾਰਿਆ, ਜਿਨ ਸਿਰਿਆ ਤਿਨ ਸਵਾਰਿਆ। ਧੰਨ ਧੰਨ ਰਾਮਦਾਸ ਗੁਰੂ, ਧੰਨ ਧੰਨ ਰਾਮਦਾਸ ਗੁਰੂ। ਅਟਲ ਅਥਾਹ ਤੋਲ ਤੂੰ, ਅਟਲ ਅਥਾਹ ਤੋਲ ਤੂੰ। ਤੇਰਾ ਅੰਤ ਨਾ ਪਾਰਾਵਾਰਿਆ, ਤੇਰਾ ਅੰਤ ਨਾ ਪਾਰਾਵਾਰਿਆ। ਜਿਨੇ ਤੂੰ ਸੇਵਿਆ
लब लोभ काम क्रोध मोह, लब लोभ काम क्रोध मोह, मार कढे तुध सपरवारिया, मार कढे तुध सपरवारिया। तन सो तेरा थान है, तन सो तेरा थान है, सच तेरा पैसकारिया, सच तेरा पैसकारिया। धन धन रामदास गुरु, धन धन रामदास गुरु, जिन सिरिया तिन सवारिया, जिन सिरिया तिन सवारिया। धन धन रामदास गुरु, धन धन रामदास गुरु। नानक तू लहणा तू है, नानक तू लहणा तू है, गुर अमर तू विचारिया, गुर अमर तू विचारिया। गुर डिठा ता मन साधारिया। धन धन रामदास गुरु, धन धन रामदास गुरु, जिन सिरिया तिन सवारिया, जिन सिरिया तिन सवारिया। धन धन रामदास गुरु, धन धन रामदास गुरु, जिन सिरिया तिन सवारिया, जिन सिरिया तिन सवारिया। धन धन रामदास गुरु, धन धन रामदास गुरु। पूरी होई करामात, पूरी होई करामात, आप सिरजनहार हारिया, आप सिरजनहार तारिया। सिੱਖੀ ਅਤੇ ਸੰਗਤੀ, ਸਿੱਖੀ ਅਤੇ ਸੰਗਤੀ, ਪਾਰ ਬ੍ਰਹਮ ਕਰ ਨਮਸਕਾਰਿਆ, ਪਾਰ ਬ੍ਰਹਮ ਕਰ ਨਮਸਕਾਰਿਆ। ਧਨ ਧਨ ਰਾਮਦਾਸ ਗੁਰੂ, ਧਨ ਧਨ ਰਾਮਦਾਸ ਗੁਰੂ, ਜਿਨ ਸਿਰਿਆ ਤਿਨ ਸਵਾਰਿਆ, ਜਿਨ ਸਿਰਿਆ ਤਿਨ ਸਵਾਰਿਆ। ਧਨ ਧਨ ਰਾਮਦਾਸ ਗੁਰੂ, ਧਨ ਧਨ ਰਾਮਦਾਸ ਗੁਰੂ, ਜਿਨ ਸਿਰਿਆ ਤਿਨ ਸਵਾਰਿਆ, ਜਿਨ ਸਿਰਿਆ ਤਿਨ ਸਵਾਰਿਆ। ਧਨ ਧਨ ਰਾਮਦਾਸ ਗੁਰੂ, ਧਨ ਧਨ ਰਾਮਦਾਸ ਗੁਰੂ, ਧਨ ਧਨ ਰਾਮਦਾਸ ਗੁਰੂ। ਵਾਹਿਗੁਰੂ। ਗੁਰੂ ਰਾਮਦਾਸ ਜੀ ਆਪਣੇ ਜੀਵਨ ਦੇ ਆਖਰੀ ਦਿਨਾਂ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼੍ਰੀ ਗੋਇੰਦਵਾਲ ਸਾਹਿਬ ਚਲੇ ਗਏ।
ਗੁਰੂ ਅਰਜਨ ਦੇਵ ਜੀ, ਬਾਬਾ ਬੁੱਢਾ ਜੀ ਅਤੇ ਮਾਤਾ ਭਾਨੀ ਜੀ ਵੀ ਉਹਨਾਂ ਦੇ ਨਾਲ ਸਨ। 1 ਸਤੰਬਰ 1581 ਈਸਵੀ ਨੂੰ ਅੰਮ੍ਰਿਤ ਵੇਲੇ ਬਾਉਲੀ ਵਿੱਚ ਇਸ਼ਨਾਨ ਕਰਕੇ ਸੰਗਤ ਦੇ ਦੀਵਾਨ ਵਿੱਚ ਆ ਬੈਠੇ ਤੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਪਾਸ ਬੁਲਾ ਕੇ ਫਰਮਾਇਆ ਕਿ ਤੁਸੀਂ ਹੁਣ 4 ਗੁਰੂ ਸਾਹਿਬਾਨ ਦਾ ਰੂਪ ਹੋ, ਇਸ ਵਿੱਚ ਕੋਈ ਭਿੰਨਤਾ ਨਹੀਂ ਹੈ। ਫਿਰ ਉਹਨਾਂ ਨੇ ਗੁਰੂ ਸੰਗਤ ਨੂੰ ਸੰਬੋਧਨ ਕਰਕੇ ਕਿਹਾ, ਸਾਡੇ ਹੁਣ ਪ੍ਰਭੂ ਵਿੱਚ ਵਲੀਨ ਹੋਣ ਦਾ ਸਮੇਂ ਆ ਗਿਆ ਹੈ। ਤੁਸੀਂ ਕਿਸੇ ਪ੍ਰਕਾਰ ਦਾ ਸੋਗ ਨਹੀਂ ਕਰਨਾ, ਬਸ ਸੱਚਖੰਡ ਸਾਹਿਬ ਜਾਵੇ ਰਾਜੇ। ਤਨ ਤਨ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਜੀ। ਸ਼੍ਰੀ ਗੁਰੂ ਰਾਮਦਾਸ ਜੀ ਦੀ ਸਮਾਧ ਗੋਇੰਦਵਾਲ ਸਾਹਿਬ ਵਿਖੇ ਅੰਤਿਮ ਯਾਦਗਾਰ ਗੁਰਦੁਆਰਾ ਚੁਬਾਰਾ ਸਾਹਿਬ ਜੀ ਦੇ ਇਹਾਤੇ ਵਿੱਚ ਬਣੀ ਹੋਈ ਹੈ। ਜਦੋਂ ਵੀ ਤੇ ਜਿੱਥੇ ਵੀ 1, 2 ਜਾਂ 5 ਸਿੱਖ ਜਾਂ ਸਮੂਹ ਖਾਲਸਾ ਪੰਥ ਅਰਦਾਸ ਕਰਦੇ ਹਨ, ਤਦੋਂ ਹੀ 8 ਮੁੱਖ ਦਾਨ ਮੰਗਦੇ ਹਨ, ਜਿਹਾ ਕਿ ਨੰਬਰ 1 ਸਿੱਖੀ, ਕੇਸ, ਰਹਿਤ, ਵਿਵੇਕ, ਵਿਸਾਹ, ਭਰੋਸਾ, ਨਾਮ, श्री अमृतसर जी के दर्शन स्नान। सिख धर्म का पहला नियम है कि सिख अमृत वेले परमात्मा का नाम जपन तो पहला स्वच्छ जल विच इशनान करे। इस कारण ही गुरु रामदास जी फरमाउंदे हन, गुरु सतगुरु का जो सिख अखाए, सो भल के उठ हर नाम त्यावे। गुर सतगुर का जो सिख अखाए, सो पल के उठ हर नाम त्यावे। गुर सतगुर का जो सिख अखाए, सो पल के उठ हर नाम त्यावे। गुर सतगुर का जो सिख अखाए, सो पल के उठ हर नाम त्यावे। गुर सतगुर का उद्यम करे पल के प्रभाती, स्नान करे अमृत सर नावे। स्नान करे अमृत सर नावे। उपदेश गुरु हर हर जप जापै, सब किल बिख पाप दोख ले जावे। गुर सतगुर का जो सिख अखाए, सो पल के उठ हर नाम त्यावे। गुर सतगुर का फिर चढ़ै दिवस गुरबाणी गावे। बहदे
नाम ते आए। जो सास गिरास ते आए मेरा हर हर, सो गुर सिख गुरु मन पावै। गुर सतगुर का जो सिख अखाए, सो पल के उठ हर नाम ते आवे। गुर सतगुर का जो सिख अखाए, सो पल के उठ हर नाम ते आवे। गुर सतगुर का जिसनु दयाल होवे मेरा स्वामी, तिस गुर सिख गुरु उपदेश सुनावे। तिस गुर सिख गुरु उपदेश सुनावे। जन नानक कूड़ मंगै, तिस गुर सिख की जो आप जपै। अवरै नाम जपावै। गुर सतगुर का जो सिख अखाए, सो पल के उठ हर नाम ते आवे। गुर सतगुर का जो सिख अखाए, सो पल के उठ हर नाम ते आवे। गुर सतगुर का जिसनु दयाल होवे मेरा स्वामी, तिस गुर सिख गुरु उपदेश सुनावे। तिस गुर सिख गुरु उपदेश सुनावे। जन नानक कूड़ मंगै, तिस गुर सिख की जो आप जपै। अवरै नाम जपावै। गुर सतगुर का जो सिख अखाए, सो पल के उठ हर नाम ते आवे। गुर सतगुर का जो सिख अखाए, सो पल के उठ हर नाम ते आवे। गुर सतगुर का जो सिख अखाए, सो पल के उठ हर नाम ते आवे। सो पल के उठ हर नाम ते आवे। सो पल के उठ हर नाम ते